ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਸਵੇਰੇ ਵੀਡੀਓ ਜਿਹੜੀ ਆਪਾਂ ਪਾ ਰਹੇ ਹਾਂ ਕਿ ਸ਼ਾਇਦ ਅਪਲੋਡ ਹੁੰਦੇ ਹੁੰਦੇ ਨੂਨ ਹੋ ਜਾਵੇ। ਆਪਾਂ ਸਵੇਰੇ ਇਸ ਚੀਜ਼ ਨੂੰ ਕੰਮ ਕਰ ਲਿਆ ਸੀਗਾ ਅਤੇ ਉਹਦੇ ਬੇਸਿਸ 'ਤੇ ਅੱਜ ਦੇ ਜਿਹੜੇ ਆਪਣੇ ਨਾਇਬ ਤਹਿਸੀਲਦਾਰ ਦੇ ਅੰਦਰ ਕਾਫੀ ਜ਼ਿਆਦਾ ਟੌਪਿਕਸ ਆਉਂਦੇ ਸੀ ਜੀਕੇ ਦੇ ਅੰਡਰ, ਇੰਡੀਅਨ ਕਲਚਰ ਓਵਰ ਮਤਲਬ ਕਿ ਹੋਰ ਕਈ ਸਾਰੇ ਟੌਪਿਕ ਸੀ। ਉਹਦੇ ਵਿੱਚੋਂ ਸਿਲੈਕਟਡ ਇੱਕ ਮੈਂ ਟੌਪਿਕ ਕੱਢਿਆ ਹੈ ਤਾਂ ਕਿ ਆਪਾਂ ਕੰਬਾਈਨਡਲੀ ਜਿੱਦਾਂ 3-4 ਚੀਜ਼ਾਂ ਇਕੱਠੀਆਂ ਹੀ ਅਸੀਂ ਇਹਨਾਂ ਵੀਡੀਓ ਸੀਰੀਜ਼ ਜਿੱਦਾਂ ਕਿ 4 ਜਾਂ 5 ਵੀਡੀਓ ਸੀਰੀਜ਼ ਹੋਏਗੀ ਇਹ, ਉਹਦੇ ਵਿੱਚੋਂ ਸਾਰੇ 4 ਟੌਪਿਕਸ ਜਿਹੜੇ ਆਉਂਦੇ ਆ ਸਾਡੇ ਜਨਰਲ ਨੌਲੇਜ ਦੇ ਅੰਡਰ ਉਹ ਕਵਰ ਹੋ ਜਾਣਗੇ। ਉਹਦੇ ਵਿੱਚ ਅਸੀਂ ਕਿਹੜੇ ਅੱਜ ਜਿਹੜੇ ਮੇਨ ਟੌਪਿਕ ਸਾਡੇ ਕੋਲ ਹੈਗੇ ਆ ਉਹਦੇ ਵਿੱਚੋਂ ਜਿਹੜੇ ਅਸੀਂ ਅੱਜ ਮੇਨ ਕਵਰ ਕਰ ਲੈਣੇ ਆ, ਦੈਟ ਇਜ਼ ਇੰਡੀਅਨ ਕਲਚਰ, ਸਟੇਟਸ, ਇੰਡੀਅਨ ਜੀਕੇ ਐਂਡ ਡੇਟਸ ਵੈਰੀ ਇੰਪੋਰਟੈਂਟ ਕਿਉਂਕਿ ਇਹਨਾਂ ਦੇ ਬੇਸਿਸ 'ਤੇ ਕੁਐਸਚਨ ਆਉਣਗੇ ਹੀ ਆਉਣਗੇ। ਹੁਣ ਆਲ ਓਵਰ ਇੰਡੀਅਨ ਕੈਸਟਲ ਦੇ ਵਿੱਚ ਅਸੀਂ ਸਟੇਟ ਵਾਈਜ਼ ਕੀਤੀ ਹੈ, ਮਤਲਬ ਕਿ ਕਹਿ ਲਓ ਕਿ 4 ਆਪਾਂ ਸਟੇਟਸ ਦੀ ਅੱਜ ਕਰ ਲਾਂਗੇ। ਜਿਹੜੀ ਮੇਨ ਚੀਜ਼ਾਂ ਜਿਹਦੇ ਉੱਤੇ ਕੁਐਸਚਨ ਆ ਜਾਂਦੇ ਨੇ ਉਹ ਵੀ ਆਪਾਂ ਅੱਜ ਕਰਨ ਦੀ ਕੋਸ਼ਿਸ਼ ਕਰਾਂਗੇ। ਸੀਰੀਜ਼ ਬਣਾ ਲਾਂਗੇ ਇੱਕ 4 ਜਾਂ 5 ਵੀਡੀਓਜ਼ ਦੀ ਤਾਂ ਕਿ ਆਪਣਾ ਛੇਤੀ ਕਵਰ ਅਪ ਹੋ ਜਾਏ। ਅਤੇ ਇਹਨੂੰ ਸ਼ਾਰਟ ਕਰਕੇ ਤੁਸੀਂ ਨੋਟ ਕਰ ਲੈਣਾ ਅਤੇ ਡੇਟਸ ਨੂੰ ਯਾਦ ਰੱਖਣਾ ਬੜਾ ਸੌਖਾ ਕੰਮ ਹੈ, ਕੋਈ ਬਹੁਤਾ ਔਖਾ ਨਹੀਂ ਹੈ। ਬਿਕੋਜ਼ ਜੇ ਅਸੀਂ ਹਰੇਕ ਇੱਕ ਸਟੇਟ ਦੇ ਨਾਲ ਇਹਨੂੰ ਲਿੰਕ ਕਰਦੇ ਜਾਵਾਂਗੇ ਅਸੀਂ ਆਰਾਮ ਦੇ ਨਾਲ ਇਹਨਾਂ ਨੂੰ ਕਵਰ ਕਰ ਸਕਦੇ ਹਾਂ। ਸੋ ਅਸੀਂ ਸਟਾਰਟਿੰਗ ਕਰਦੇ ਹਾਂ ਅੱਜ ਦੀ ਵੀਡੀਓ ਦੀ ਕਿ ਨੰਬਰ ਆਫ ਸਟੇਟ ਸਾਡੀ ਜਿਹੜੀ ਕੰਟਰੀ ਦੇ ਵਿੱਚ ਹੁਣ ਲੇਟੈਸਟ ਨੇ ਦੇ ਆਰ 28 ਸਟੇਟਸ ਹੁਣ ਸਾਡੇ ਜਿੱਦਾਂ ਕੰਟਰੀਜ਼ ਦੇ ਵਿੱਚ ਨੇ ਅਤੇ ਇਹਨਾਂ ਦੇ ਵਿੱਚ ਜਿਹੜੀਆਂ ਸਾਡੇ ਕੋਲ ਯੂਟੀਜ਼ ਨੇ ਦੇ ਆਰ 28 ਸਟੇਟਸ ਹੋ ਗਈਆਂ ਨੇ ਐਂਡ ਵੀ ਹੈਵ 8 ਯੂਟੀਜ਼ ਯੂਨੀਅਨ ਟੈਰੀਟਰੀਜ਼। ਸਾਡੀ ਕੰਟਰੀ ਦੇ ਨਾਮ ਦੀ ਸਟਾਰਟਿੰਗ ਕਰੀਏ, ਭਾਰਤ, ਹਿੰਦੁਸਤਾਨ, ਇੰਡੀਆ, ਆਰਿਆਵੰਸ਼, ਇਹਦੇ ਅਲੱਗ-ਅਲੱਗ ਨਾਮ ਰਹੇ ਨੇ ਜੋ ਕਿ ਵਿਦ ਟਾਈਮ ਪੀਰੀਅਡ ਜਦੋਂ ਅਸੀਂ ਇੰਡੀਅਨ ਹਿਸਟਰੀ ਕਰਾਂਗੇ ਉਹਦੇ ਅੰਡਰ ਇਹ ਕਵਰ ਹੋ ਜਾਣੇ ਸ਼ੁਰੂ ਹੋ ਜਾਣਗੇ। ਇਨ ਨੇਮ ਆਫ ਇੰਡੀਆ ਜਿਹੜਾ ਓਰੀਜੀਨੇਟ ਹੋਇਆ ਸੀ ਫਰਮ ਦਾ ਇੰਡਸ ਵੈਲੀ, ਇਹ ਮੋਸਟਲੀ ਉਹ ਬੇਸਿਕ ਚੀਜ਼ਾਂ ਨੇ ਜੋ ਸਾਨੂੰ ਸਾਰਿਆਂ ਨੂੰ ਪਤਾ ਹੈ। ਹੁਣ ਅੱਜ ਪਾਪੂਲੇਸ਼ਨ ਜਿੱਦਾਂ ਜਨਵਰੀ 2021 ਦੇ ਵਿੱਚ 16 ਨੂੰ ਅੱਜ ਕਿੰਨੀ ਪਾਪੂਲੇਸ਼ਨ ਜਿਹੜੀ ਮੈਂ ਸਵੇਰੇ ਸਰਚ ਕੀਤੀ ਸੀ ਉਹ ਸੀਗੀ 136.64 ਕਰੋੜਸ ਕਿ ਸਾਡੇ ਦੇਸ਼ ਦੀ ਪਾਪੂਲੇਸ਼ਨ ਹੈ। ਸਾਡੇ ਪ੍ਰਾਈਮ ਮਿਨਿਸਟਰ ਦਾ ਨਾਮ ਮਿਸਟਰ ਨਰਿੰਦਰ ਦਾਮੋਦਰ ਦਾਸ ਮੋਦੀ ਉਹਨਾਂ ਦਾ ਫੁੱਲ ਨੇਮ ਹੈ, ਬਿਕੋਜ਼ ਪੇਪਰ ਦੇ ਵਿੱਚ ਸਮਟਾਈਮ ਫੁੱਲ ਨੇਮ ਨੂੰ ਪੁੱਛ ਲਿਆ ਜਾਂਦਾ ਹੈ। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਇਹ ਨੇਮ ਆਉਂਦਾ ਹੈ ਇਸ ਦੇ ਹੁਣ ਕਈ ਵੇਲੇ ਪੁੱਛਿਆ ਜਾਂਦਾ ਹੈ ਨਰਿੰਦਰ ਦਾਮੋਦਰ ਦਾਸ ਮੋਦੀ ਜਾਂ ਜਿੱਦਾਂ ਕਿਹਾ ਜਾਂਦਾ ਹੈ ਜਾਂ ਨਰਿੰਦਰ ਮੋਦੀ, ਦੋਨੋਂ ਨਾਮ ਸਾਡੇ PM ਸਾਹਿਬ ਦੇ ਨੇ। ਸੋ ਅਸੀਂ ਉਹਨਾਂ ਨੂੰ ਨਰਿੰਦਰ ਮੋਦੀ ਜਾਂ ਨਰਿੰਦਰ ਦਾਮੋਦਰ ਦਾਸ ਮੋਦੀ ਉਹਨਾਂ ਦੇ ਨਾਮ ਦੇ ਨਾਲ ਵੀ ਅਸੀਂ ਉਹਨਾਂ ਨੂੰ ਜਾਣਦੇ ਹਾਂ। ਇਹਨਾਂ ਨੇਮਸ ਦੇ ਵਿੱਚ ਸਾਡੇ ਕੋਲ ਇੱਕ ਹੋਰ ਚੀਜ਼ ਆ ਜਾਂਦੀ ਹੈ ਕਿ ਪ੍ਰਾਈਮ ਮਿਨਿਸਟਰ ਤੋਂ ਬਾਅਦ ਜਿਹੜੇ ਸਾਡੇ ਹੋਮ ਮਿਨਿਸਟਰ ਨੇ ਉਹ ਕੌਣ ਨੇ? ਮਿਸਟਰ ਅਮਿਤ ਸ਼ਾਹ, ਇਹ ਸਾਡੇ ਦੇਸ਼ ਦੇ ਹੋਮ ਮਿਨਿਸਟਰ ਨੇ। ਇਹਨਾਂ ਦੇ ਨਾਮ ਯਾਦ ਰੱਖਣੇ ਨੇ ਅਤੇ ਕੋਈ ਬਹੁਤੇ ਔਖੇ ਨਹੀਂ ਆ, ਮੋਸਟਲੀ ਅਸੀਂ ਸੁਣੇ ਹੋਏ ਨੇ ਕਾਫੀ ਜ਼ਿਆਦਾ। ਜਦੋਂ ਅਸੀਂ ਇੱਕ ਚੀਜ਼ ਨੂੰ ਬਾਰ-ਬਾਰ ਰਿਪੀਟ ਕਰਦੇ ਰਹਿੰਦੇ ਹਾਂ ਤਾਂ ਸਾਨੂੰ ਇੱਕ ਕਾਫੀ ਹਾਈ ਲੈਵਲ 'ਤੇ ਇਹਨਾਂ ਨਾਮਸ ਨੂੰ ਉੱਦਾਂ ਹੀ ਯਾਦ ਕਰਨਾ ਆ ਜਾਂਦਾ ਹੈ। ਉਸ ਤੋਂ ਬਾਅਦ ਅੱਗੇ ਸਾਡੇ ਕੋਲ ਆ ਜਾਂਦੇ ਆ ਸਾਡੇ ਡਿਫੈਂਸ ਮਿਨਿਸਟਰ ਕੌਣ ਨੇ? ਮਿਸਟਰ ਰਾਜਨਾਥ ਸਿੰਘ। ਕਾਰਪੋਰੇਟ ਜਿਹੜੇ ਸਾਡੇ ਕਾਰਪੋਰੇਟ ਅਤੇ ਫਾਈਨੈਂਸ ਮਿਨਿਸਟਰ ਨੇ। ਹੁਣ ਮੇਰੇ ਕੋਲ ਆ ਕੇ ਇੱਕ ਲਾਈਨ ਇੱਦਾਂ ਸਿੱਧੀ ਇੱਕ ਟੇਢੀ ਇਸ ਕਰਕੇ ਕਿ ਜਿਨ੍ਹਾਂ ਕੋਲ ਮਲਟੀਪਲ ਡਿਪਾਰਟਮੈਂਟਸ ਆ ਉਹਨਾਂ ਨੂੰ ਮੈਂ ਥੋੜ੍ਹਾ ਹਾਈਲਾਈਟ ਕਰ ਲਿਆ ਕਿ ਤਾਂ ਕਿ ਇਹਨਾਂ ਦਾ ਯਾਦ ਰਹੇ ਕਿ ਮਲਟੀਪਲ ਡਿਪਾਰਟਮੈਂਟਸ ਵਾਲੇ ਨੇ। ਸੋ ਇਹਨਾਂ ਕੋਲ ਸਾਡੇ ਕੋਲ ਕਾਰਪੋਰੇਟ ਫਾਈਨੈਂਸ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰਸ ਨੇ। ਕਾਰਪੋਰੇਟ ਫਾਈਨੈਂਸ ਹੋ ਗਏ ਸਾਡੇ ਕੋਲ ਨਿਰਮਲਾ ਸੀਤਾਰਮਨ, ਇੱਕ ਸੀਤਾਰਮਨ ਇਕੱਠਾ ਹੈ, ਮੈਂ ਜਾਣ ਕੇ ਅਲੱਗ-ਅਲੱਗ ਲਿਖਿਆ ਤਾਂ ਕਿ ਯਾਦ ਕਰਨਾ ਸੌਖਾ ਰਹੇ। ਸੀਤਾ ਐਂਡ ਰਮਨ, ਨਿਰਮਲਾ ਸੀਤਾਰਮਨ ਇਕੱਠਾ ਨਾਮ ਹੈ ਇਹਨਾਂ ਦਾ। ਐਕਸਟਰਨਲ ਅਫੇਅਰ ਮਿਨਿਸਟਰ ਸਾਡੇ ਕੋਲ ਕੀ ਹੈ? ਇਹ ਸੁਬਰਮਨਿਅਮ ਜੈ ਸ਼ੰਕਰ। ਇਹ ਬੜੇ ਜ਼ਿਆਦਾ ਅੱਜ ਕੱਲ੍ਹ ਹਾਈਲਾਈਟ ਹੁੰਦੇ ਨੇ ਕਿਉਂਕਿ ਜਦੋਂ ਵੀ ਕਿਸੇ ਗੱਲ ਹੁੰਦੀ ਹੈ ਕਿ ਇੰਟਰਨੈਸ਼ਨਲ ਦੇ ਨਾਲ ਡੀਲ ਕਰਨ ਦੀ ਜਾਂ ਕੁਛ ਵੀ, ਉਦੋਂ ਇਹ ਸਾਡੇ ਕੋਲ ਨਾਮ ਬੜੇ ਕਾਮਨ ਤਰੀਕੇ ਦੇ ਨਾਲ ਚਰਚਾ ਦੇ ਵਿੱਚ ਆ ਜਾਂਦਾ ਹੈ। ਇਹਨਾਂ ਤੋਂ ਬਾਅਦ ਸਾਡੇ ਕੋਲ ਅੱਗੇ ਆ ਜਾਂਦੇ ਆ ਟਰਾਂਸਪੋਰਟ, ਮਾਈਕਰੋ, ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਿਸ, ਮਤਲਬ ਜਿੰਨੀਆਂ ਵੀ ਐਂਟਰਪ੍ਰਾਈਜ਼ਿਸ ਆ ਜਾਂ ਜਿੰਨੇ ਵੀ ਸਾਡੇ ਕੋਲ ਚੱਲਦੇ ਆ ਉਹ ਸਾਰੇ ਇਹਨਾਂ ਦੇ ਅੰਡਰ ਆਉਂਦੇ ਨੇ। ਨਾ ਇਹ ਸਾਡੇ ਕੌਣ ਮਿਨਿਸਟਰਸ ਨੇ? ਉਹਨਾਂ ਦਾ ਨਾਮ ਹੈ ਨਿਤਿਨ ਗਡਕਰੀ। ਰੇਲਵੇ, ਇੰਡਸਟਰੀ, ਫੂਡ, ਕੰਜ਼ਿਊਮਰ ਡਿਪਾਰਟਮੈਂਟ ਜਿੰਨੇ ਉਹਨਾਂ ਨੂੰ ਪਿਊਸ਼ ਗੋਇਲ ਜੀ ਹੈਂਡਲ ਕਰਦੇ ਨੇ। ਟੈਕਸਟਾਈਲ, ਚਾਈਲਡ ਐਂਡ ਵੂਮਨ ਸਮ੍ਰਿਤੀ ਇਰਾਨੀ। ਇਹ ਸਮ੍ਰਿਤੀ ਇਰਾਨੀ ਕਹਾਣੀ ਘਰ ਘਰ ਕੀ ਸਾਰਿਆਂ ਨੇ ਦੇਖਿਆ ਹੋਇਆ ਹੈ, ਸੋ ਇਸ ਕਰਕੇ ਰਿਲੇਟ ਨੇ। ਇਹਨਾਂ ਨੇ ਇਸ ਸਾਲ ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਲੀਡਰ ਰਾਹੁਲ ਗਾਂਧੀ ਜੀ ਨੂੰ ਅਮੇਠੀ ਤੋਂ ਚੋਣਾਂ ਦੇ ਵਿੱਚ ਹਰਾਇਆ ਵੀ ਸੀ, ਜੋ ਕਿ ਬਹੁਤ ਦੇਰ ਬਾਅਦ ਹਾਰੇ ਆ ਉੱਥੋਂ। ਅਤੇ ਉਸ ਤੋਂ ਬਾਅਦ ਸਾਡੇ ਕੋਲ ਅੱਗੇ ਆ ਜਾਂਦੇ ਨੇ ਕੈਮੀਕਲ ਮਿਨਿਸਟਰ। ਸਾਡੇ ਕੋਲ DV ਸਦਨੰਦਾ ਜਿਹਨੂੰ ਅਸੀਂ ਕਹਿ ਸਕਦੇ ਹਾਂ DV ਸਦਨੰਦਾ ਨੇ। ਟਰਾਈਬਲ ਮਿਨਿਸਟਰ ਅਰਜੁਨ ਮੁੰਡਾ ਨੇ। ਲਾਅ, ਜਸਟਿਸ, ਕਮਿਊਨੀਕੇਸ਼ਨ ਐਂਡ IT ਡਿਪਾਰਟਮੈਂਟ ਦੇ ਰਵੀ ਸ਼ੰਕਰ ਪ੍ਰਸਾਦ, ਇਹ ਸਾਡੇ ਕੋਲ ਰਵੀ ਸ਼ੰਕਰ ਜੀ ਨੇ ਜਿਨ੍ਹਾਂ ਦੇ ਕੋਲ ਇਹ ਸਾਰੇ ਡਿਪਾਰਟਮੈਂਟਸ ਨੇ। ਪੈਟਰੋਲੀਅਮ ਅਤੇ ਨੈਚੁਰਲ ਗੈਸ ਦਾ ਹੈਗਾ ਨੇ ਧਰਮੇਂਦਰ ਪ੍ਰਧਾਨ, ਉਹਨਾਂ ਦੇ ਕੋਲ ਨੇ। ਐਗਰੀਕਲਚਰ ਨਰਿੰਦਰ ਸਿੰਘ ਤੋਮਰ ਦੇ ਕੋਲ ਆ, ਇਹ ਵੀ ਅੱਜ ਕੱਲ੍ਹ ਬਹੁਤ ਹਾਈਲਾਈਟਸ ਨੇ ਕਿਸਾਨ ਬਿੱਲ ਦੇ ਕਾਰਨ। ਐਜੂਕੇਸ਼ਨ ਮਿਨਿਸਟਰ ਨਾਲੋਂ ਨਾਲ ਕੌਣ ਹੈ? ਰਮੇਸ਼
ਪੁਖਰੀਆ। ਇਹਨਾਂ ਦੇ ਨਾਲ ਇੱਕ ਚੀਜ਼ ਉੱਪਰ ਵਾਲਿਆਂ ਦੇ ਸੌਰੀ ਮੈਂ ਲਿੰਕ ਕਰ ਦੇਵਾਂ ਕਿ ਨਰਿੰਦਰ ਸਿੰਘ ਤੋਮਰ ਅਤੇ ਪਿਊਸ਼ ਗੋਇਲ ਜਿਹੜੇ ਦੋਨੋਂ ਨੇ ਇਹ ਜ਼ਿਆਦਾਤਰ ਕਿਸਾਨਾਂ ਦੇ ਨਾਲ ਜਿੰਨੀਆਂ ਵੀ ਮੀਟਿੰਗਸ ਹੋਈਆਂ ਇਹਨਾਂ ਨੇ ਹੈਡ ਕੀਤੀਆਂ ਨੇ। ਇਹਨਾਂ ਦੇ ਨਾਲ ਹੀ ਸਾਡੇ ਕੋਲ ਅੱਗੇ ਆ ਜਾਂਦੇ ਨੇ ਐਜੂਕੇਸ਼ਨ ਮਿਨਿਸਟਰ ਸਾਡੇ ਕੋਲ ਨੇ ਰਮੇਸ਼ ਪੋਖਰਿਆਲ ਜੀ ਜਿਹੜੇ ਕਿ ਸਾਡੇ ਐਜੂਕੇਸ਼ਨ ਮਿਨਿਸਟਰ ਨੇ। ਉਹਨਾਂ ਦੇ ਅੰਡਰ ਹੀ ਜਿਹੜੀ ਐਜੂਕੇਸ਼ਨ ਪਾਲਿਸੀਜ਼ ਆ ਉਹਨਾਂ ਨੇ ਸਾਡੀ ਲਾਂਚ ਕੀਤੀ ਸੀ, ਯਾਦ ਰੱਖਣਾ ਇਸ ਚੀਜ਼ ਨੂੰ। ਸੋਸ਼ਲ ਜਸਟਿਸ ਜਿਹੜੇ ਹੈਗੇ ਆ ਤੁਹਾਰ ਚੰਦ ਗਹਿਲੋਤ, ਇਹ ਸਾਡੇ ਕੋਲ ਸੋਸ਼ਲ ਜਸਟਿਸ ਦੇ ਮਿਨਿਸਟਰ ਜਿਹੜੇ ਆ ਆਉਂਦੇ ਨੇ। ਅੱਗੇ ਸਾਡੇ ਕੋਲ ਆ ਗਿਆ ਸਾਇੰਸ ਐਂਡ ਟੈਕਨੋਲੋਜੀ ਵਿੱਚ ਸਾਡੇ ਕੋਲ ਕੌਣ ਨੇ? ਮਿਸਟਰ ਹਰਸ਼ਵਰਧਨ ਜੀ ਸਾਇੰਸ ਐਂਡ ਟੈਕਨੋਲੋਜੀ ਦੇ ਅੰਡਰ ਨੇ। ਇਨਵਾਇਰਮੈਂਟਲ, ਫੋਰੈਸਟ, ਕਲਾਈਮੇਟ, ਇਨਫਰਾਸਟਰਕਚਰ ਜਿੰਨਾ ਆ ਜਾਂਦਾ, ਬ੍ਰੌਡਕਾਸਟਿੰਗ, ਹੈਵੀ ਇੰਡਸਟਰੀ, ਇਹ ਸਾਰੇ ਦਾ ਸਾਰਾ ਪ੍ਰਕਾਸ਼ ਜਾਵੇਡਕਰ ਕੋਲ ਆ। ਸੋ ਕੁਐਸਚਨ ਇਹਨਾਂ ਇਕੱਲੇ ਨੂੰ ਪੁੱਛਿਆ ਇਨਵਾਇਰਮੈਂਟ ਮਿਨਿਸਟਰ ਕੌਣ ਆ, ਫੋਰੈਸਟ ਮਿਨਿਸਟਰ ਕੌਣ ਆ, ਕਲਾਈਮੇਟ ਮਿਨਿਸਟਰ ਕੌਣ ਆ, ਤਾਂ ਕਰਕੇ ਮੈਂ ਇਹਨਾਂ ਦੇ ਵਿੱਚ ਕੌਮੇ ਪਾਏ ਨੇ ਤਾਂ ਕਿ ਆਪਾਂ ਜੇ 3 4 5 ਵੱਖਰੇ ਕੁਐਸਚਨ ਦੇ ਵਿੱਚੋਂ ਕੋਈ ਇਹਨਾਂ ਦੇ ਵਿੱਚੋਂ ਕੋਈ ਇੱਕ ਕੁਐਸਚਨ ਆ ਜਾਂਦਾ ਹੂ ਇਜ਼ ਦਾ ਹੈਵੀ ਇੰਡਸਟਰੀ ਮਿਨਿਸਟਰ, ਪ੍ਰਕਾਸ਼ ਜਾਵੇਡਕਰ, ਆਪਾਂ ਇਸ ਤਰੀਕੇ ਨਾਲ ਆਨਸਰ ਕਰਨਾ ਹੈ। ਮਾਈਨੋਰਿਟੀ ਅਫੇਅਰਸ ਸਾਡੇ ਕੋਲ ਮੁਖਤਾਰ ਅੱਬਾਸ ਜੀ, ਸਾਡੇ ਕੋਲ ਕਹਿ ਲਓ ਕਿ ਕੈਬਨਿਟ ਦੇ ਵਿੱਚ ਜਿਹੜੇ ਹੈਗੇ ਨੇ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਵੀ ਇਹ ਜਿਹੜਾ ਕੋਈ ਬਿਆਨ ਦੇਣਾ ਹੁੰਦਾ ਹੈ ਅੱਗੇ ਆ ਕੇ ਆਪਣੀ ਗੱਲ ਕਰਦੇ ਨੇ। ਕੋਲ ਤੇ ਪਾਰਲੀਮੈਂਟਰੀ ਮਿਨਿਸਟਰ ਜਿਹੜੇ 2 ਡਿਫਰੈਂਟ ਕਹਿ ਲਓ ਕਿ ਸੈਗਮੈਂਟਸ ਨੇ, ਉਹਨਾਂ ਨੂੰ ਇਕੱਠੇ ਕੌਣ ਆ? ਪ੍ਰਹਲਾਦ ਜੋਸ਼ੀ ਜੀ, ਕਿ ਪਾਰਲੀਮੈਂਟ ਜਿੰਨੇ ਵੀ ਬਿੱਲ ਉਹਦੇ ਰਿਲੇਟਡ ਜਾਂ ਕੋਈ ਵੀ ਇਸ਼ੂਜ਼ ਪਾਸ ਕਰਨੇ ਨੇ ਉਹ ਇਹਨਾਂ ਨੇ ਕਰਨੇ ਹੁੰਦੇ ਨੇ, ਤੇ ਮਤਲਬ ਪੇਸ਼ ਵੀ ਕਰਨੇ ਹੁੰਦੇ ਨੇ। ਤੇ ਪਾਸ ਤਾਂ ਚਲੋ ਜੋ ਵੀ ਜਿਹੜਾ ਪ੍ਰੋਸੀਜਰ ਆ ਉਸ ਦੇ ਅੰਡਰ ਹੀ ਹੋਣਗੇ, ਪੇਸ਼ ਹੀ ਕਰਦੇ ਨੇ ਜੋ ਪਾਰਲੀਮੈਂਟ ਰਿਲੇਟਡ ਜਾਂ ਕੋਰ ਰਿਲੇਟਡ ਦੀ ਚੀਜ਼ਾਂ ਹੁੰਦੀਆਂ ਨੇ। ਜਲ ਸ਼ਕਤੀ ਮਿਨਿਸਟਰ ਸਾਡੇ ਕੋਲ ਗਜੇਂਦਰ ਸਿੰਘ ਸ਼ੇਖਾਵਤ ਨੇ। ਐਨੀਮਲ ਹਸਬੈਂਡਰੀ ਦੇ ਵਿੱਚ ਗਿਰੀਰਾਜ ਸਿੰਘ, ਇਹ ਵੀ ਨਾਮ ਨੂੰ ਯਾਦ ਰੱਖਣਾ ਕਿਉਂਕਿ ਬਰਡ ਫਲੂ ਦੇ ਕਾਰਨ ਜ਼ਿਆਦਾਤਰ ਬਿਆਨ ਇਹਨਾਂ ਕੋਲੋਂ ਹੀ ਮਿਲਣਗੇ ਸਾਨੂੰ ਕਿ ਗਿਰੀਰਾਜ ਸਿੰਘ ਨੇ ਜਿਨ੍ਹਾਂ ਨੇ ਐਨੀਮਲ ਹਸਬੈਂਡਰੀ ਦੇ ਵਿੱਚ ਕੀਤਾ ਹੈ। ਉਸ ਤੋਂ ਬਾਅਦ ਸਕਿੱਲ ਡਿਵੈਲਪਮੈਂਟ ਦੇ ਵਿੱਚ ਮਹਿੰਦਰਾ ਨਾਥ ਪਾਂਡੇ ਸਕਿੱਲ ਡਿਵੈਲਪਮੈਂਟ ਚਾਹੁੰਦੇ ਨੇ। ਉਸ ਤੋਂ ਬਾਅਦ ਸਾਡੇ ਕੰਟਰੀ ਦਾ ਥੋੜ੍ਹਾ ਜਿਹਾ ਬੇਸਿਕ ਕਿ ਤਿਰੰਗਾ ਜਿਹੜਾ ਸਾਡਾ ਫਲੈਗ ਹੈ ਟਰਾਈ ਕਲਰ ਜਿਹਦੇ ਵਿੱਚ ਕੇਸਰੀਆ, ਵਾਈਟ, ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਗ੍ਰੀਨ ਜੋ ਕਿ ਖੇਤੀਬਾੜੀ ਨਾਲ ਰਿਲੇਟਡ ਹੈ। ਇਹ ਸਾਨੂੰ ਸਾਰਿਆਂ ਨੂੰ ਪਤਾ, ਸਕੂਲ ਦੇ ਵਿੱਚ ਅਸੀਂ ਇਹ ਚੀਜ਼ਾਂ ਬੇਸਿਕ ਨੂੰ ਪੜ੍ਹਦੇ ਆਏ ਹਾਂ ਕਿ ਨਾਲੋਂ ਨਾਲ ਕਿ ਇਹਨਾਂ ਨੂੰ ਤਿਰੰਗੇ ਦਾ ਪਹਿਲੀ ਵਾਰੀ ਆਪਾਂ ਕਦੋਂ ਇਹਨਾਂ ਨੂੰ ਆਪਾਂ ਸਿਲੈਕਟ ਕਰ ਲਿਆ ਕਿ ਇਹ ਸਾਡਾ ਹੁਣ ਤਿਰੰਗਾ ਹੋਏਗਾ। ਦੈਟ ਵਾਜ਼ ਔਨ 22 ਜੁਲਾਈ 1947 ਨੂੰ ਸਾਡਾ ਤਿਰੰਗਾ ਡਿਸਾਈਡ ਹੋ ਗਿਆ ਸੀ, ਇੱਦਾਂ ਦਾ ਹੋਏਗਾ, ਵਿੱਚ ਅਸ਼ੋਕ ਚੱਕਰਾ ਹੋਏਗਾ, ਸਾਰਾ ਕੁਛ। ਸਾਡੀ ਨੈਸ਼ਨਲ ਬਰਡ ਜਿਹੜੀ ਹੈ ਉਹ ਪੀਕੌਕ ਹੈ, ਨੈਸ਼ਨਲ ਫਲਾਵਰ ਲੋਟਸ ਹੈ, ਨੈਸ਼ਨਲ ਟਰੀ ਬਨੀਅਨ ਟਰੀ ਹੈ, ਕਾਮਨ ਜੀ ਚੀਜ਼ ਹੈ। ਉਸ ਤੋਂ ਬਾਅਦ ਜਿਹੜੀ ਸਭ ਤੋਂ ਕਨਫਿਊਜ਼ਨ ਵਾਲੇ 2 ਸੈਕਸ਼ਨਸ ਨੇ ਇਹ ਥੱਲੇ ਆਉਂਦੇ ਨੇ। ਐਂਥਮ ਜਨ ਗਣ ਮਨ, ਰਵਿੰਦਰਨਾਥ ਟੈਗੋਰ ਜੀ ਨੇ ਇਹ ਕੀ ਕੀਤਾ ਸੀਗਾ ਕਿ ਐਂਥਮ ਜਿਹੜਾ ਰਵਿੰਦਰਨਾਥ ਟੈਗੋਰ ਜੀ ਦੁਆਰਾ ਹੀ ਜਿਹੜਾ ਸੀਗਾ ਕਿ ਸਭ ਤੋਂ ਪਹਿਲਾਂ ਇਹ ਕੀ ਸੀਗਾ ਬੰਗਾਲੀ ਲੈਂਗੁਏਜ ਦੇ ਵਿੱਚ ਸੀਗਾ, ਫਿਰ ਇਹਨਾਂ ਨੇ ਇਸ ਨੂੰ ਹਿੰਦੀ ਦੇ ਵਿੱਚ ਕਨਵਰਟ ਕੀਤਾ ਸੀਗਾ। ਉਸ ਤੋਂ ਬਾਅਦ 24 ਜਨਵਰੀ 1950 ਦੇ ਵਿੱਚ ਪਹਿਲੀ ਵਾਰੀ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਇਸ ਨੂੰ ਐਕਸੈਪਟ ਕੀਤਾ ਗਿਆ ਕਿ ਹਾਂ ਇਹ ਸਾਡਾ ਨੈਸ਼ਨਲ ਐਂਥਮ ਹੋਏਗਾ ਸਾਡੀ ਕੰਟਰੀ ਦਾ। ਇਸ ਤੋਂ ਬਾਅਦ ਅਸੀਂ ਕਿੱਥੇ ਆ ਜਾਂਦੇ ਹਾਂ? 27 ਦਸੰਬਰ 1911 ਨੂੰ ਪਹਿਲੀ ਵਾਰੀ ਇਹਨੂੰ ਗਾਇਆ ਗਿਆ ਸੀਗਾ। ਸੋ ਇਹਦੇ ਉੱਤੇ ਕੁਐਸਚਨ ਬਣ ਜਾਂਦਾ ਹੈ ਕਿ ਨੈਸ਼ਨਲ ਐਂਥਮ ਪਹਿਲੀ ਵਾਰੀ ਕਿੱਥੇ ਅਤੇ ਕਦੋਂ ਗਾਇਆ ਸੀਗਾ। ਸੋ ਦੈਟ ਵਾਜ਼ 27 ਜਨਵਰੀ 1950। ਇਸ ਤੋਂ ਬਾਅਦ ਸਾਡੇ ਕੋਲ ਕਹਿੰਦੇ ਸਟੇਟ ਅਸੈਂਬਲੀ ਦੇ ਜਿਹੜੀ ਹੈ ਕਿ ਜਿਹੜਾ ਐਂਬਲਮ ਹੈਗਾ, ਐਂਬਲਮ ਸਾਡਾ ਕੀ ਆ? ਸਾਰਥਾ ਲਾਇਨ, ਜਿਹੜਾ ਅਸੀਂ ਅਸ਼ੋਕ ਚੱਕਰ ਵਾਲਾ ਜਿਹੜਾ ਲਾਇਨ ਦੇਖਦੇ ਹਾਂ ਉਹ ਸਾਡਾ ਐਂਬਲਮ ਹੈ। ਸੋ ਕੁਐਸਚਨ ਐਂਬਲਮ ਦੇ ਉੱਤੇ ਆਉਂਦਾ ਹੈ ਕਿ ਐਂਬਲਮ ਪਹਿਲੀ ਵਾਰੀ ਕਦੋਂ ਬਣਿਆ ਸੀ? ਅਡੋਪਟਡ ਕੀਤਾ ਗਿਆ 26 ਜਨਵਰੀ 1950 ਨੂੰ ਅਸੀਂ ਪਹਿਲੀ ਵਾਰੀ ਐਂਬਲਮ ਨੂੰ ਅਡੋਪਟ ਕਰ ਲਿਆ ਸੀਗਾ। ਇਸ ਤੋਂ ਬਾਅਦ ਸਾਡੇ ਕੋਲ ਅੱਗੇ ਆ ਜਾਂਦਾ ਹੈਗਾ ਕਿ ਸਾਡਾ ਨੈਸ਼ਨਲ ਐਨੀਮਲ ਕਿਹੜਾ ਹੈ? ਰਾਇਲ ਬੰਗਾਲ ਟਾਈਗਰ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਟਾਈਗਰ ਜਿੱਦਾਂ ਬਹੁਤ ਘੱਟ ਰਹਿ ਗਏ ਸੀ, ਉਹਨਾਂ ਨੂੰ ਅਸੀਂ ਬੈਲੈਂਸ ਕਰਨ ਲਈ ਕਿਸ ਤਰੀਕੇ ਨਾਲ ਕੰਮ ਕਰਦੇ ਹਾਂ। ਸੋ ਰਾਇਲ ਬੰਗਾਲ ਟਾਈਗਰ ਜਿਹੜਾ ਹੈ ਕਿ ਸਾਡੇ ਕੋਲ ਪਹਿਲੀ ਇੱਕ ਚੀਜ਼ ਦੇ ਵਿੱਚ ਫੋਲੋ ਹੁੰਦਾ ਹੈ ਕਿ ਰਾਇਲ ਬੰਗਾਲ ਟਾਈਗਰ ਨੂੰ ਅਸੀਂ ਬਚਾਉਣਾ ਹੈ। ਟਾਈਗਰ ਰਿਜ਼ਰਵਸ ਬਹੁਤ ਜ਼ਿਆਦਾ ਨੇ, ਉਹਨਾਂ ਨੂੰ ਵੀ ਨਾਮ ਆਪਾਂ ਹੌਲੀ ਹੌਲੀ ਯਾਦ ਕਰਾਂਗੇ। ਨਾਲ ਸਾਡਾ ਸੌਂਗ ਜਿਹੜਾ ਹੈ ਦੈਟ ਇਜ਼ ਵੰਦੇ ਮਾਤਰਮ। ਹੁਣ ਐਂਥਮ ਤੇ ਸੌਂਗ ਦੇ ਵਿੱਚ ਡਿਫਰੈਂਸ ਯਾਦ ਰੱਖਣਾ ਕਿ ਐਂਥਮ ਜਿਹੜਾ ਹੈ ਰਵਿੰਦਰਨਾਥ ਟੈਗੋਰ ਜੀ ਦੁਆਰਾ ਲਿਖਿਆ ਗਿਆ ਸੀਗਾ ਅਤੇ ਇਹ 24 ਜਨਵਰੀ 1950 ਨੂੰ ਐਕਸੈਪਟ ਕੀਤਾ ਗਿਆ ਸੀ। ਸੌਂਗ ਵੀ ਉਸੇ ਟਾਈਮ ਦੇ ਨੇੜੇ ਤੇੜੇ ਹੀ ਘੁੰਮਦਾ ਸੀ। ਇਹਦੀ ਤੇ ਵੰਦੇ ਮਾਤਰਮ ਤੇ ਨੈਸ਼ਨਲ ਐਂਥਮ ਦੇ ਵਿੱਚ ਕਾਫੀ ਜ਼ਿਆਦਾ ਕਹਿ ਲਓ ਕਿ ਇੱਕ ਕਾਈਂਡ ਆਫ ਸੀਗਾ ਕਿ ਕਿਹਨੂੰ ਨੈਸ਼ਨਲ ਐਂਥਮ ਬਣਾਈਏ, ਕਿਹਨੂੰ ਨੈਸ਼ਨਲ ਸੌਂਗ ਬਣਾਈਏ। ਸੋ ਉਹਦੇ ਵਿੱਚੋਂ ਵੰਦੇ ਮਾਤਰਮ ਨੂੰ ਨੈਸ਼ਨਲ ਸੌਂਗ ਬਣਾਉਣਾ ਗਿਆ ਜੋ ਕਿ ਪਹਿਲੀ ਵਾਰੀ 1896 ਅਤੇ ਵਿੱਚ ਗਾਇਆ ਗਿਆ ਅਤੇ ਦੁਬਾਰਾ 1901 ਦੇ ਵਿੱਚ ਵੰਦੇ ਮਾਤਰਮ ਨੂੰ ਗਾਇਆ ਗਿਆ ਸੀਗਾ। ਇਹ 2 ਬਿਲਕੁਲ ਹੀ ਇੰਪੋਰਟੈਂਟ ਪੁਆਇੰਟਸ ਨੇ, ਇਹਨਾਂ ਨੂੰ ਯਾਦ ਰੱਖਣਾ। ਸੌਂਗ ਤੇ ਐਂਥਮ ਇਸ ਕਨਫਿਊਜ਼ ਕਰਦੇ ਨੇ। ਆਪਣਾ ਸਿੰਬਲ ਜਿਹੜਾ ਰੁਪਏ ਦਾ ਹੈਗਾ ਕਿ ਆਪਾਂ ਹਿੰਦੀ ਵਾਲਾ ਰ ਪਾ ਕੇ ਉਹਦੇ ਵਿੱਚ ਇੱਦਾਂ ਲਾਈਨ ਮਾਰਦੇ ਹਾਂ, ਇਹ ਸਾਨੂੰ 15 ਜੁਲਾਈ 1910 ਵਿੱਚ ਅਸੀਂ ਪਹਿਲੀ ਵਾਰੀ ਇੱਕ ਸਿੰਬਲ ਲੈ ਲਿਆ ਜਿੱਦਾਂ ਡਾਲਰ ਸਾਈਨ ਹੁੰਦਾ ਹੈ। ਡਾਲਰ ਇਸ ਤਰੀਕੇ ਦਾ ਹੁੰਦਾ ਜਿੱਦਾਂ ਸਾਡੇ ਕੋਲ ਡਾਲਰ ਸਾਈਨ ਹੁੰਦਾ ਸੀਗਾ, ਠੀਕ ਹੈ ਜੀ। ਦਹਿਰਾਮ ਦਰੂਮ ਇੱਦਾਂ ਬਹੁਤ ਜ਼ਿਆਦਾ ਸਾਰੀ ਕੰਟਰੀ ਦੇ ਵਿੱਚ ਯੂਰੋ ਦਾ ਜਿੱਦਾਂ ਜਿਹੜੇ ਕਾਮਨ ਆਉਂਦੇ ਆ ਇਸ ਤਰੀਕੇ ਦਾ ਯੂਰੋ ਦੇ ਵਿੱਚ ਸਾਈਨ ਆ ਜਾਂਦਾ। ਸੋ ਇਸੇ ਤਰੀਕੇ ਨਾਲ ਸਾਡੇ ਕੋਲ ਰੁਪਇਆ 15 ਜੁਲਾਈ 2010 ਦੇ ਵਿੱਚ ਇਸ ਨੂੰ ਮਾਸਕਿਟ ਦੇ ਵਿੱਚ ਅਸੀਂ ਇਸ ਤਰੀਕੇ ਨਾਲ ਡੀਲ ਕਰਦੇ ਹਾਂ। ਸੋ ਦੇ ਆਰ ਅਵਰ ਬੇਸਿਕਸ
ਕਿ ਇਹਨਾਂ ਦੇ ਉੱਤੇ ਵੀ ਇੱਕ ਅੱਧਾ ਕੁਐਸਚਨ ਕੋਈ ਨਾ ਕੋਈ ਜ਼ਰੂਰ ਪੈਦਾ ਹੋ ਸਕਦਾ। ਇਸ ਤੋਂ ਬਾਅਦ ਜਿਹੜੀ ਅਸੀਂ ਅਗਲੀ ਚੀਜ਼ ਫੜਨੀ ਸ਼ੁਰੂ ਕਰਾਂਗੇ ਦੈਟ ਇਜ਼ ਕਿ ਅਲਫਾਬੈਟੀਕਲ ਆਰਡਰ ਦੇ ਵਿੱਚ ਅਸੀਂ ਸਟੇਟ ਵਾਈਜ਼ ਕਰਨਾ ਸਟਾਰਟ ਕਰ ਦਾਂਗੇ ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਸੋਲਵ ਆਊਟ ਕਰਨਾ ਹੈ। ਸੋ ਸਟਾਰਟਿੰਗ ਫਰੋਮ ਦਾ ਸਟੇਟ ਵਾਈਜ਼ ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦਾ ਆਂਧਰਾ ਪ੍ਰਦੇਸ਼, ਕਿਉਂਕਿ ABC ਦੇ ਹਿਸਾਬ ਨਾਲ ਪਹਿਲਾਂ ਆਂਧਰਾ ਪ੍ਰਦੇਸ਼ ਆਉਂਦਾ ਹੈ। ਆਂਧਰਾ ਪ੍ਰਦੇਸ਼ ਦੇ ਵਿੱਚ ਸਾਡੇ ਕੋਲ ਕੀ ਆ ਜਾਂਦਾ ਹੈਗਾ ਕਿ ਆਂਧਰਾ ਪ੍ਰਦੇਸ਼ ਦੇ CM ਕੌਣ ਆ? YS ਜਗਮੋਹਨ ਰੈੱਡੀ, ਐਜੂਕੇਸ਼ਨ ਮਿਨਿਸਟਰ ਸ਼੍ਰੀ ਔਦੀਮਲਾ ਸੁਰੇਸ਼ ਅਤੇ ਐਗਰੀਕਲਚਰ ਮਿਨਿਸਟਰ ਕੁਸ਼ਾਲ ਕਾਂਦਰਾ। ਦੇ ਆਰ ਜਸਟ ਨੇਮਸ, ਆਪਾਂ ਨੂੰ ਇਹ ਇੱਕ ਦੋ ਨਾਮ ਤੁਸੀਂ ਮੇਨ ਯਾਦ ਰੱਖ ਲਓ ਕਿ CM ਕੌਣ ਹੈ ਤਾਂ ਆਪਣਾ ਕੰਮ ਹੋ ਜਾਂਦਾ ਹੈ। ਆਂਧਰਾ ਪ੍ਰਦੇਸ਼ ਦਾ ਫਰੂਟ ਕੀ ਹੈ? ਮੈਂਗੋ। ਡਾਂਸ ਕੱਚੀਪੁੜੀ, ਇਹਨਾਂ ਡਾਂਸ ਵਗੈਰਾ ਜਿਹੜੇ ਆ ਗਏ ਇਹਨਾਂ 'ਤੇ ਕੁਐਸਚਨ ਜ਼ਰੂਰ ਆ ਜਾਂਦਾ ਹੈ। ਏਰੀਆ ਕੀ ਹੈ ਇਹਦਾ? 162.975 162 ਪੁਆਇੰਟ ਹੈ, ਯਾਦ ਰੱਖਣਾ, 0.975 ਕਿਲੋਮੀਟਰ ਸਕੁਏਅਰ ਇਹਦਾ ਏਰੀਆ ਹੈ। ਇਸ ਤੋਂ ਬਾਅਦ ਸਾਡੇ ਕੋਲ ਅੱਗੇ ਆ ਜਾਂਦਾ ਕੈਪੀਟਲ ਇਹਦੀ ਕੀ ਹੈ? ਵਿਸ਼ਾਖਾਪਟਨਮ ਜਿਹੜੀ ਹੈ ਐਗਜ਼ੀਕਿਊਟਿਵ ਜਿਹੜੀ ਆ ਉਹਦੀ ਕੈਪੀਟਲ ਹੈ, ਮਤਲਬ ਫॉर द ਟਾਈਮਿੰਗ ਜਿਸ ਨੂੰ। ਅਮਰਾਵਤੀ ਜਦੋਂ ਬਣ ਜਾਏਗੀ ਉਹ ਲੈਜਿਸਲੇਟਿਵ ਅਸੈਂਬਲੀ ਜਿਹੜੀ ਹੈ ਕੈਪੀਟਲ ਹੈ ਜਿਹੜੀ ਉਹ ਬਣਨੀ ਸਟਾਰਟ ਹੋ ਜਾਏਗੀ। ਇਹਦੇ ਵਿੱਚ ਟੋਟਲ 13 ਡਿਸਟ੍ਰਿਕਟਸ ਨੇ ਅਤੇ ਨਾਲੋਂ ਨਾਲ ਇਹਦਾ ਜਿਹੜੀ ਲਿਟਰੇਸੀ ਰੇਟ ਹੈ ਦੈਟ ਇਜ਼ 67.41। ਲਿਟਰੇਸੀ ਰੇਟ ਦਾ ਸਾਨੂੰ ਮੈਟਰ ਕਰਦਾ ਹੈ ਕਾਫੀ ਜ਼ਿਆਦਾ, ਆਪਾਂ ਯਾਦ ਰੱਖਣਾ। ਮੈਮਲ ਇਹਦਾ ਕੀ ਆ? ਬਲੈਕ ਬੱਕ। ਅਤੇ ਨਾਲੋਂ ਨਾਲ ਇਹ ਲਿਖੇ ਹੋਏ ਨੇ ਇਹਨਾਂ ਦਾ ਬਰਡ ਕਿਹੜਾ? ਪੈਰਟ ਹੈ, ਫਲਾਵਰ ਜੈਸਮੀਨ ਹੈ, ਫਿਸ਼ ਮਡ ਫਿਸ਼ ਹੈ, ਟਰੀ ਨੀਮ ਟਰੀ ਜਿਹੜਾ ਇੱਥੇ ਦਾ ਸਟੇਟ ਦਾ ਇੱਕ ਨੈਸ਼ਨਲ ਟਰੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਹੈਗਾ। ਉਸ ਤੋਂ ਬਾਅਦ ਸਾਡੇ ਕੋਲ ਅੱਗੇ ਆ ਜਾਂਦਾ ਅਰੁਣਾਚਲ ਪ੍ਰਦੇਸ਼। ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਈਟਾਨਗਰ ਹੈ। ਅਰੁਣਾਚਲ ਪ੍ਰਦੇਸ਼ ਦੀ ਜਿਹੜਾ ਸ਼ੁਰੂ ਵਿੱਚ ਸੀਗਾ ਇੱਕ UT ਸੀਗਾ। ਇਸ ਦੇ ਉੱਤੇ ਕੁਐਸਚਨ ਆਉਂਦਾ ਕਿ ਅਰੁਣਾਚਲ ਪ੍ਰਦੇਸ਼ ਪਹਿਲਾਂ UT ਸੀਗਾ ਤਾਂ ਕਿੱਥੇ ਤੱਕ ਸੀ? 21 ਜਨਵਰੀ 1972 ਨੂੰ ਇਹਨੂੰ ਐਜ਼ ਅ UT ਅਨਾਊਂਸ ਕੀਤਾ ਗਿਆ ਸੀਗਾ। UT ਤੋਂ ਬਾਅਦ ਜਦੋਂ ਅਸੀਂ ਇਹਦਾ ਨੈਕਸਟ ਸੈਕਸ਼ਨ ਦੇਖਦੇ ਹਾਂ ਉਸ ਤੋਂ ਬਾਅਦ ਇਹਨੂੰ 20 ਫਰਵਰੀ 1987 ਨੂੰ ਐਜ਼ ਅ ਸਟੇਟ ਦਾ ਦਰਜਾ ਮਿਲਿਆ। ਪਹਿਲਾਂ ਤੱਕ ਇੱਕ UT ਹੀ ਸੀਗਾ, ਠੀਕ ਹੈ ਜੀ। ਉਸ ਤੋਂ ਅੱਗੇ ਸਾਡੇ ਕੋਲ ਆ ਜਾਂਦਾ ਇਹਨਾਂ ਦੇ ਗਵਰਨਰ BD ਮਿਸ਼ਰਾ ਨੇ। ਇਹਨਾਂ ਦੇ ਜਿਹੜੇ ਕੋਲ CM ਨੇ ਦੈਟ ਇਜ਼ ਪੈਮਾ ਕੰਦੂ, BJP ਪਾਰਟੀ ਉੱਥੇ ਜਿਹੜੀ ਆ ਰੂਲ ਕਰਦੀ ਹੈ। ਏਰੀਆ ਇਹਦਾ 83,743 ਕਿਲੋਮੀਟਰ ਸਕੁਏਅਰ ਹੈ। ਨਾਲੋਂ ਨਾਲ ਆ ਜਾਂਦਾ ਲਿਟਰੇਸੀ ਰੇਟ 66.97% ਹੈ। ਟਰੀ ਇੱਥੇ ਹਲੌਂਗ ਹੈ ਅਤੇ ਨਾਲੋਂ ਨਾਲ ਇਹਦੀ ਨੈਸ਼ਨਲ ਲੈਂਗੁਏਜ ਦੇਖੋ ਇੰਗਲਿਸ਼ ਹੈ। ਇਹਦੀ ਨੈਸ਼ਨਲ ਜਿਹੜੀ ਸਟੇਟ ਲੈਂਗੁਏਜ ਜਿਹੜੀ ਆਪਾਂ ਉਹ ਕੀ ਮੰਨਦੇ ਹਾਂ? ਇੰਗਲਿਸ਼ ਮੰਨਦੇ ਹਾਂ। ਚਲੋ ਕੰਟਰੀ ਦੀ ਸਾਰੀ ਤਾਂ ਹਿੰਦੀ ਹੈ ਲੇਕਿਨ ਸਟੇਟ ਵਾਈਜ਼ ਵੀ ਜਦੋਂ ਅਸੀਂ ਲੈਂਗੁਏਜ ਦੇਖਦੇ ਹਾਂ, ਕਿਉਂਕਿ ਸਾਡੀ ਮੋਸਟ ਆਫ ਦਾ ਸਟੇਟਸ ਦਾ ਲੈਂਗੁਏਜ ਦੇ ਬੇਸਿਸ ਦੇ ਉੱਤੇ ਡਿਵਾਈਡੇਸ਼ਨ ਹੋਈ ਪਈ ਆ। ਉਹਦੇ ਵਿੱਚੋਂ ਇੱਕ ਜਿਹੜਾ ਇਹ ਅਰੁਣਾਚਲ ਪ੍ਰਦੇਸ਼ ਦੀ ਇੰਗਲਿਸ਼ ਹੈ। ਬਰਡ ਇਹਦਾ ਹੌਰਨਬਿਲ ਹੈ ਅਤੇ ਫਲਾਵਰ ਇਹਦੇ ਵਿੱਚ ਕੀ ਆ ਆਪਾਂ? ਫੌਕਸ ਆਰਕਿਡ, ਠੀਕ ਹੈ ਜੀ। ਫੌਕਸ ਆਰਕਿਡ ਸਾਡਾ ਫਲਾਵਰ ਇਸ ਦਾ। ਉਸ ਤੋਂ ਅੱਗੇ ਸਾਡੇ ਕੋਲ ਆ ਜਾਂਦੀ ਹੈ ਇਹਦੇ ਉੱਤੇ ਹੀ ਅਗਲੀ ਸਟੇਟ ਆ ਜਾਂਦੀ ਹੈ ਅਸਮ। ਅਸਮ ਦੀ ਕੈਪੀਟਲ ਕੀ ਹੈ? ਦਿਸਪੁਰ। ਅਸਮ ਦੀ ਜਿਹੜੀ ਦਿਸਪੁਰ ਕੈਪੀਟਲ ਹੈ ਇਹ ਸ਼ੁਰੂ ਦੇ ਵਿੱਚ ਹੀ ਫਾਰਮ ਹੋ ਗਿਆ ਸੀ 26 ਜਨਵਰੀ 1950 ਨੂੰ। ਅਸਮ ਨੂੰ ਇੱਕ ਇਹ ਕਹਿ ਲਓ ਕਿ ਇੰਡੀਆ ਦੀ ਸਟੇਟ ਜਿਹੜਾ ਸਾਡਾ ਜਦੋਂ ਸੰਵਿਧਾਨ ਲਾਂਚ ਹੋਇਆ ਸੀ ਇਹਨੂੰ ਮੰਨ ਲਿਆ ਗਿਆ ਸੀਗਾ। ਇਸ ਦੇ CM ਕੌਣ ਆ? ਸਾਡੇ ਕੋਲ ਸੁਬਰਨੰਦਾ ਸੋਨੋਵਾਲ। BJP ਦੀ ਪਾਰਟੀ ਹੀ ਇੱਥੇ ਰਾਜ ਕਰ ਰਹੀ ਹੈ ਅਤੇ 78,438 ਕਿਲੋਮੀਟਰ ਸਕੁਏਅਰ ਇਹਦਾ ਏਰੀਆ ਹੈ। ਗਵਰਨਰ ਜਗਦੀਸ਼ ਮੁਖੀ ਜੀ ਨੇ। ਲੈਂਗੁਏਜ ਇਹਦੀ ਅਸਾਮੀਜ਼ ਹੈ। ਹੋਰ ਵੀ ਲੈਂਗੁਏਜ ਨੇ, ਬੰਗਾਲੀ ਵੀ ਪ੍ਰਭਾਵ ਕਾਫੀ ਜ਼ਿਆਦਾ ਹੈ ਕਿਉਂਕਿ ਬੰਗਾਲ ਦੇ ਨਾਲ ਲੱਗਦਾ ਹੈ, ਸੋ ਬੰਗਾਲੀ ਵੀ ਬੋਲੀ ਜਾਂਦੀ ਹੈ। ਲਿਟਰੇਸੀ ਰੇਟ ਇਹਦਾ 72% ਹੈ, ਮਤਲਬ ਕਾਫੀ ਹਾਈ ਲਿਟਰੇਸੀ ਰੇਟ ਇਹਦੇ ਵਿੱਚ ਰੱਖਿਆ ਜਾਂਦਾ ਹੈ। ਸਪੈਸ਼ਲ ਡਾਂਸ ਬੀਹੂ, ਇਹਦੇ ਉੱਤੇ ਕੁਐਸਚਨ ਹਰ ਵਾਰੀ ਕਿਤੇ ਨਾ ਕਿਤੇ ਘੁੰਮ ਕੇ ਆ ਜਾਂਦਾ ਹੈ ਕਿ ਬੀਹੂ ਕਿਸ ਜਗ੍ਹਾ ਦਾ ਨੈਸ਼ਨਲ ਡਾਂਸ ਹੈ ਜਾਂ ਅਸਮ ਦਾ ਨੈਸ਼ਨਲ ਡਾਂਸ ਹੈ ਨੈਸ਼ਨਲ ਕਹੇ ਤਾਂ ਸਟੇਟ ਡਾਂਸ, ਕਿ ਉਹ ਕਿਸ ਸਟੇਟ ਨੂੰ ਬਿਲੋਂਗ ਕਰਦਾ ਹੈ। ਅਤੇ ਨਾਲ ਡਰਿੰਕ ਅਸਾਮੀ ਟੀ ਬਹੁਤ ਫੇਮਸ ਹੈ। ਉਸ ਤੋਂ ਬਾਅਦ ਇਹਦੇ ਵਿੱਚ ਦੀ ਬ੍ਰਹਮਪੁੱਤਰਾ ਵਗਦੀ ਹੈ। ਬ੍ਰਹਮਪੁੱਤਰਾ ਜੋ ਕਿ ਚਾਈਨਾ ਤੋਂ ਹੁੰਦੇ ਹੋਏ ਜਦੋਂ ਪਾਸ ਹੋ ਕੇ ਆਉਂਦੀ ਹੈ ਤਾਂ ਅਸਮ ਦੇ ਵਿੱਚ ਦੀ ਹੀ ਪਾਸ ਆਊਟ ਹੁੰਦੀ ਹੈ। ਉਸ ਤੋਂ ਬਾਅਦ ਮੈਮਲ ਵਨ ਹੌਰਨਡ ਰਾਈਨੋ। ਵਨ ਹੌਰਨਡ ਰਾਈਨੋ ਦੇ ਵਿੱਚ ਅਸਮ ਦੇ ਉੱਤੇ ਕਾਫੀ ਜ਼ਿਆਦਾ ਜਿਹੜੀਆਂ ਨੈਸ਼ਨਲ ਪਾਰਕ ਆ ਜਿਹੜੀ ਫੇਮਸ ਆ ਉਹ ਵਨ ਹੌਰਨਡ ਰਾਈਨੋ ਕਰਕੇ ਹੀ ਹੈ। ਬਰਡ ਇਹਦੇ ਵਿੱਚ ਵਾਈਟ ਵਿੰਗ ਵੁੱਡ ਡਕ ਜਿਹੜੀ ਆ। ਫਲਾਵਰ ਇਹਦਾ ਕੋਲ ਕੀ ਹੈ? ਸਾਡੇ ਕੋਲ ਰਾਈਨੋਕੋਸਾਈਲਿਸ ਰੈਟੂਸਾ। ਇਸ ਇੱਥੇ ਦਾ ਨੈਸ਼ਨਲ ਜਿਹੜਾ ਸਟੇਟ ਦਾ ਜਿਹੜਾ ਨੈਸ਼ਨਲ ਸਟੇਟ ਫਲਾਵਰ ਕਹਿ ਸਕਦੇ ਹਾਂ ਆਪਾਂ ਇਹਨਾਂ ਨੂੰ। ਉਸ ਤੋਂ ਅੱਗੇ ਸਾਡੇ ਕੋਲ ਆ ਜਾਂਦਾ ਹੈ ਬਿਹਾਰ। ਬਿਹਾਰ ਦੀ ਬੜੀ ਇੰਪੋਰਟੈਂਸ ਹੈ ਕਿਉਂਕਿ ਬਿਹਾਰ ਮਿਡੇਵਲ ਟਾਈਮ ਤੋਂ ਹੀ ਕਾਫੀ ਜ਼ਿਆਦਾ ਰਿਹਾ। ਇੱਥੇ ਬਹੁਤ ਜ਼ਿਆਦਾ ਆਰਟੀਫੈਕਟ ਮਿਲਦੇ ਨੇ, ਪੁਰਾਣੀਆਂ ਪੁਰਾਤਨ ਤੱਤ ਚੀਜ਼ਾਂ ਮਿਲਦੀਆਂ ਨੇ। ਸੋ ਆਪਾਂ ਹਿਸਟਰੀ ਦੇ ਵਿੱਚ ਬਿਹਾਰ ਨੂੰ ਦੇਖਾਂਗੇ ਕਿ ਬਹੁਤ ਵਾਰੀ ਇਸ ਦਾ ਨਾਮ ਵਾਪਸ ਆਉਂਦਾ ਹੈ। ਇਸ ਦੀ ਕੈਪੀਟਲ ਫਾਰਮੇਸ਼ਨ ਇਹਦੀ 22 ਮਾਰਚ 1912 ਨੂੰ ਹੋ ਚੁੱਕੀ ਸੀ। ਉਦੋਂ ਦਾ ਬਿਹਾਰ ਅੱਜ ਵੀ ਬਿਹਾਰ ਹੈ ਅਤੇ ਇਹ ਸਟੇਟ 26 ਜਨਵਰੀ 1950 ਨੂੰ ਇੱਕ ਸਟੇਟ ਦਾ ਦਰਜਾ ਮਿਲਿਆ। 94,163 ਜਿਹੜਾ ਹੈ ਕਿਲੋਮੀਟਰ ਸਕੁਏਅਰ ਇਸ ਦਾ ਏਰੀਆ। ਨਿਤਿਸ਼ ਕੁਮਾਰ, ਜਨਤਾ ਦਲ ਯੂਨਾਈਟਿਡ, ਦੋ ਪਾਰਟੀਆਂ ਨੇ, ਜਨਤਾ ਦਲ ਅਤੇ ਜਨਤਾ ਦਲ ਯੂਨਾਈਟਿਡ। ਜਨਤਾ ਦਲ ਯੂਨਾਈਟਿਡ ਜਿਹੜਾ BJP ਦੇ ਨਾਲ ਟਾਈਅਪ ਹੈ, ਉਹਨਾਂ ਨੇ ਹੁਣੀ ਵੋਟਾਂ ਦੇ ਵਿੱਚ
ਜਿਹੜੇ ਸ਼੍ਰੀ ਲਾਲੂ ਪ੍ਰਸਾਦ ਜੀ ਨੇ ਉਹਨਾਂ ਦੇ ਬੇਟੇ ਨੂੰ ਹਰਾਇਆ ਵੀ ਸੀਗਾ, ਮਤਲਬ ਉਹਨਾਂ ਦੀ ਪਾਰਟੀ ਦੀਆਂ ਵੋਟਾਂ ਜ਼ਿਆਦਾ ਸੀ, ਲੇਕਿਨ ਇੱਕ ਕਹਿ ਲਓ ਕਿ ਕੰਬਾਈਨਡ ਬੀਜੇਪੀ ਤੇ ਜਨਤਾ ਦਲ ਯੂਨਾਈਟਿਡ ਦਾ ਇਕੱਠਾ ਸੀ, ਇਸ ਕਰਕੇ ਇਹਨਾਂ ਨੇ ਆਪਣੀ ਬੜੇ ਆਰਾਮ ਨਾਲ ਸਰਕਾਰ ਬਣਾਈ ਹੈ। ਉਸ ਤੋਂ ਬਾਅਦ ਲੈਂਗੁਏਜ ਇਹਦੀ ਬੇਸਿਕਲੀ ਜਿਹੜੀ ਹੈ ਹਿੰਦੀ ਹੈ, ਲੇਕਿਨ ਬੋਲੀ ਭੋਜਪੁਰੀ ਜਾਂਦੀ ਹੈ। ਭੋਜਪੁਰੀ ਇਜ਼ ਜਸਟ ਅ ਸਟਾਈਲ, ਦਿਸ ਇਜ਼ ਨਾਟ ਅ ਲੈਂਗੁਏਜ, ਇਹਨਾਂ ਯਾਦ ਰੱਖਣਾ। ਭੋਜਪੁਰੀ ਮੈਂ ਲਿਖਿਆ ਇਸ ਕਰਕੇ ਕਿਉਂਕਿ ਇਹ ਬੋਲਣ ਦਾ ਇੱਕ ਤਰੀਕਾ ਹੈ। ਲੈਂਗੁਏਜ ਬੇਸਿਕ ਜਿਹੜੀ ਇਹਨਾਂ ਦੀ ਹਿੰਦੀ ਹੈ। ਗਵਰਨਰ ਜਿਹੜੇ ਇਹਨਾਂ ਦੇ ਹੈਗੇ ਆ ਫਾਗੂ ਚੌਹਾਨ, ਉਹ ਬੀਜੇਪੀ ਨੂੰ ਬਿਲੋਂਗ ਕਰਦੇ ਨੇ, ਸਪੈਸ਼ਲੀ ਇੱਕ ਪਾਰਟੀ ਦੇ ਨਾਲ ਗਵਰਨਰ ਸਾਹਿਬ ਦਾ ਲਿੰਕ ਹੈ। ਡਾਂਸ, ਫੋਕ ਡਾਂਸ, ਜਿਹੜਾ ਨੋਰਮਲ ਬਿਹਾਰੀ ਡਾਂਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਠੀਕ ਹੈ, ਫੋਕ ਡਾਂਸ ਹੀ ਜਿਹੜਾ ਹੈ ਕਿ ਇਹਨੂੰ ਕਿਹਾ ਜਾਂਦਾ ਹੈ। ਟਰੀ ਇੱਥੇ ਦਾ ਮੇਨ ਜਿਹੜਾ ਹੈ ਪੀਪਲ ਟਰੀ ਹੈਗਾ ਹੈ। ਬਰਡ ਹਾਊਸ ਜਿਹੜਾ ਹੈ ਉਹ ਹਾਊਸ ਸਪੈਰੋ, ਜਿਹੜੀਆਂ ਆਪਾਂ ਚਿੜੀਆਂ ਕਹਿ ਦਿੰਦੇ ਹਾਂ, ਚਿੜੀਆਂ ਇੱਥੇ ਦੀ ਜਿਹੜੀ ਬਰਡ ਹੈ। ਫਲਾਵਰ ਇੱਥੇ ਦਾ ਹੈਗਾ ਆ ਕਚਨਾਰ, ਅਤੇ ਫਰੂਟ ਜਿਹੜਾ ਆ ਮੈਂਗੋ। ਮੈਂਗੋ ਦਾ ਨਾਂ ਜਿਹੜਾ ਸਾਇੰਟੀਫਿਕ ਮੈਂਗੇਫੇਰੀਆ। ਅੰਬ ਬੜੇ ਮਸ਼ਹੂਰ ਨੇ ਇੱਥੇ ਦੇ। ਲਿਟਰੇਸੀ ਰੇਟ ਕਾਫੀ ਜ਼ਿਆਦਾ ਵੱਧ ਚੁੱਕਾ ਹੈ, ਦੈਟ ਇਜ਼ 63.82, ਬਿਕੋਜ਼ ਦੇ ਆਰ ਰਾਈਜ਼ਿੰਗ। ਕਾਫੀ ਜ਼ਿਆਦਾ IAS ਆਫਿਸਰ ਵਗੈਰਾ ਸਾਨੂੰ ਇਸੇ ਵਿੱਚੋਂ ਮਿਲਦੇ ਆ, ਕਿਉਂਕਿ ਉੱਥੇ ਇੱਕ ਟਰੈਂਡ ਹੈ ਜੋਬਸ ਨੂੰ ਲੈਣ ਦਾ। ਸੋ ਦੇ ਆਰ ਵੈਰੀ ਫੋਕਸ ਅਬਾਊਟ ਦੈਟ। ਹੁਣ ਦਾ ਟਾਈਮ ਲਈ ਕਿ ਵੀਡੀਓ ਜ਼ਿਆਦਾ ਲੰਬੀ ਨਾ ਹੋ ਜਾਏ, ਆਪਾਂ ਸਿਰਫ ਇੰਨਾ ਹੀ ਕਰ ਰਹੇ ਹਾਂ। ਇਸ ਤੋਂ ਬਾਅਦ ਬਾਕੀ ਜਿੱਦਾਂ ਕਹਿ ਲਓ ਕਿ ਹੁਣ B ਕਿੱਥੇ ਖਤਮ ਹੁੰਦਾ, ਫਿਰ C D E F G ਕਰਕੇ ਆਪਾਂ ਪੂਰੀਆਂ ਸਟੇਟਸ ਨਾਲੋਂ ਨਾਲ ਲਿੰਕ ਕਰਦੇ ਜਾਵਾਂਗੇ, ਅਤੇ ਇਹ ਸਾਰੇ ਕਹਿ ਲਓ ਕਿ ਜਿੰਨੇ ਕੁ ਆਪਾਂ ਮੇਨ ਪੁਆਇੰਟ ਲਿਖੇ ਆ, ਇਹ ਸਾਡੇ ਕੁਐਸਚਨਸ ਨੇ, ਇਹਨਾਂ ਦੇ ਵਿੱਚੋਂ ਬਣਦੇ। ਸੋ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਠੀਕ ਲੱਗੇ ਤਾਂ ਲਾਈਕ ਕਰਨਾ, ਸ਼ੇਅਰ ਕਰਨਾ। ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਕਿਸੇ ਵੀ ਤਰੀਕੇ ਦੀ ਕਿ ਆਪਾਂ ਠੀਕ ਕਰ ਸਕੀਏ, ਪਲੀਜ਼ ਕਮੈਂਟ ਕਰਕੇ ਜ਼ਰੂਰ ਮੈਨੂੰ ਦੱਸੋ ਕਿ ਆਪਾਂ ਕਿੱਥੋਂ ਠੀਕ ਕਰ ਸਕਦੇ ਹਾਂ, ਜਾਂ ਇਹਨੂੰ ਹੋਰ ਵਧੀਆ ਕਿੱਦਾਂ ਬਣਾ ਸਕਦੇ ਹਾਂ। ਜੇ ਸਹੀ ਚੱਲਦਾ ਹੋਇਆ ਤਾਂ ਲੈਟ ਮੀ ਨੋ ਕਿ ਹਾਂਜੀ ਠੀਕ ਹੈ ਜੀ, ਚੱਲਣ ਦਿਓ ਜਿੱਦਾਂ ਚੱਲਦਾ ਹੈ। ਡਿਜੀਟਲ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ, ਉਸ ਤਰੀਕੇ ਨਾਲ ਵੀ ਮੈਂ ਥੋੜ੍ਹਾ ਜਿਹਾ ਟਾਈਮ ਟੇਕਿੰਗ ਹੁੰਦਾ ਹੈ, ਪਰ ਮੈਨੂੰ ਇੱਦਾਂ ਨਾ ਹੱਥ ਨਾਲ ਲਿਖਿਆ ਜ਼ਿਆਦਾ ਵਧੀਆ ਲੱਗਦਾ, ਕਿਉਂਕਿ ਜਦੋਂ ਅਸੀਂ ਸਾਡੀ ਚੀਜ਼ ਕੋਈ ਹੱਥ ਦੇ ਨਾਲ ਅੰਡਰ ਨਿਕਲ ਜਾਵੇ ਤਾਂ ਯਾਦ ਕਰਨੀ ਬੜੀ ਸੌਖੀ ਰਹਿੰਦੀ ਹੈ, ਅੱਧੀ ਤਾਂ ਉਸੇ ਵੇਲੇ ਦਿਮਾਗ 'ਚ ਬਹਿ ਜਾਂਦੀ ਹੈ। ਸੋ ਆਪਾਂ ਇਸ ਚੀਜ਼ 'ਤੇ ਫੋਕਸ ਕਰਦੇ ਹੋਏ ਕਿ ਸਾਡੇ ਕੰਮ ਦੀ ਚੀਜ਼ ਹੈਗੀਆਂ ਨੇ, ਇਹਨਾਂ ਨੂੰ ਹੌਲੀ ਹੌਲੀ ਯਾਦ ਕਰਨਾ ਸ਼ੁਰੂ ਕਰ ਦਿਓ। ਡੇਲੀ ਸਟੈਪ ਬਾਏ ਸਟੈਪ ਕਰਕੇ ਸੈਲਫ ਟੈਸਟ ਸ਼ੁਰੂ ਕਰ ਦਿਓ। ਜਦੋਂ ਅਸੀਂ ਵੀਕਲੀ ਦੇ ਐਂਡ ਵਿੱਚ, ਜਾਂ ਕੋਸ਼ਿਸ਼ ਕਰੂੰਗਾ ਕਿ ਮੈਂ ਨਾਲੋਂ ਨਾਲ ਹੁਣ ਮੌਕ ਟੈਸਟ ਬਣਾਉਣੇ ਵੀ ਸ਼ੁਰੂ ਕਰਾਂ। ਥੋੜ੍ਹਾ ਜਿਹਾ ਟਾਈਮ ਨੂੰ ਮੈਨੇਜ ਕਰ ਰਿਹਾ, ਕਿਉਂਕਿ ਪਹਿਲੀ ਵਾਰੀ ਇੱਕ ਚੈਨਲ ਸ਼ੁਰੂ ਕੀਤਾ ਹੈ, ਸੋ ਮੈਨੇਜ ਦੀ ਥੋੜ੍ਹੀ ਪ੍ਰੋਬਲਮ ਆਉਂਦੀ ਹੈ। ਸੋ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰ ਲੈਣਾ, ਠੀਕ ਹੈ, ਤਾਂ ਕਿ ਡੇਲੀ ਤੁਹਾਨੂੰ ਇਹ ਨਵੀਆਂ ਚੀਜ਼ਾਂ ਮਿਲਦੀਆਂ ਰਹਿਣ। ਦੂਜੀ ਵੀਡੀਓ ਲੈ ਕੇ ਸ਼ਾਮ ਨੂੰ ਹਾਜ਼ਰ ਹੁੰਦੇ ਹਾਂ। ਥੈਂਕ ਯੂ।